बिस्मिल्लाहिर्रहमानिर्रहीम मेरे सजनों मित्रों ते बेलियो चढ़दे ते लਹਿੰਦੇ ਪੰਜਾਬ ਨੂੰ अस्सलाम अलैकुम ਤੇ ਸਤਿ ਸ੍ਰੀ ਅਕਾਲ। ਪ੍ਰੋਗਰਾਮ ਇਨਸਾਈਡਰ ਮੈਨ ਦੇ ਨਾਲ ਇੱਕ ਵਾਰੀ ਫੇਰ ਤੁਹਾਡਾ ਮੇਜ਼ਬਾਨ ਮਲਿਕ ਮੁਸ਼ਤਾਕ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹਾਂ ਤੇ ਮੇਰੇ ਨਾਲ ਹਸਬੇ ਰਵਾਇਤ ਅੱਜ ਫੇਰ ਮੌਜੂਦ ਨੇ ਸਤਾਰ ਖਾਨ ਸਾਹਿਬ, ਜਿਹੜੇ ਕਿ ਤੁਹਾਨੂੰ ਰਾਜ਼ ਦੀਆਂ ਤੇ ਅੰਦਰ ਦੀਆਂ ਤੇ ਵਿਚਲੀਆਂ ਗੱਲਾਂ ਦੱਸਦੇ ਨੇ ਤੇ ਤੁਸੀਂ ਸੁਣ ਕੇ ਮਜ਼ਾ ਵੀ ਲੈਂਦੇ ਹੋ ਤੇ ਉਹ ਗੱਲਾਂ ਵੀ ਅਸਲ ਵਿੱਚ ਸੱਚੀਆਂ ਹੁੰਦੀਆਂ। ਸਤਾਰ ਖਾਨ ਸਾਹਿਬ ਨੇ ਬੜੇ ਵੱਡੀਆਂ ਗੱਲਾਂ ਤੁਹਾਨੂੰ ਸੁਣਾਈਆਂ, ਦੱਸਿਆ ਕੱਲ ਤੁਸੀਂ ਅਨੀਲ ਅੰਬਾਨੀ ਦੀ ਗੱਲ ਸੁਣੀ ਤੇ ਨਾਲ ਇਹ ਵੀ ਸੁਣਿਆ ਕਿ ਮੁਕੇਸ਼ ਅੰਬਾਨੀ ਤੇ ਅਨੀਲ ਅੰਬਾਨੀ ਦੇ ਆਪਸ ਚ ਕੀ ਤਾਲੁਕ ਨੇ। ਇਹੋ ਜਿਹੀਆਂ ਗੱਲਾਂ ਹੋਰ ਤੁਹਾਨੂੰ ਕਿਤੇ ਪਤਾ ਨਹੀਂ ਲੱਗਣਾ, ਸਿਰਫ ਸਤਾਰ ਖਾਨ ਸਾਹਿਬ ਦੱਸਦੇ ਨੇ। ਖਾਨ ਸਾਹਿਬ ਦੱਸਣਾ ਕਿ ਵੇਲੇ ਦੀ ਵੰਡ ਤੇ ਵੇਲੇ ਦੀ ਵੰਡ ਨਾਲ ਹਰ ਚੀਜ਼ ਬਦਲ ਜਾਂਦੀ ਹੈ। ਖਾਨ ਸਾਹਿਬ ਤੁਸੀਂ ਕੱਲ ਵੀ ਦੱਸਿਆ ਕਿ ਅਨੀਲ ਅੰਬਾਨੀ ਜਿਹੜਾ ਹੈ ਉਹ ਮੁਕੇਸ਼ ਅੰਬਾਨੀ ਦਾ ਭਰਾ ਹੈ ਤੇ ਕੋਸ਼ਿਸ਼ ਕਰਦਾ ਉਹ ਕਿ ਸਪੀਡ ਨਾਲ ਮੈਂ ਅੱਗੇ ਵੱਧ ਜਾਵਾਂ, ਜਦ ਕਿ ਮੁਕੇਸ਼ ਅੰਬਾਨੀ ਠੰਡਾ ਤੇ ਲੰਬਾ ਖੇਡਦਾ ਹੈ। ਤੇ ਇਹ ਵੀ ਤੁਸੀਂ ਆਖਿਆ ਕਿ ਮੁਕੇਸ਼ ਅੰਬਾਨੀ ਜਿਹੜਾ ਹੈ ਉਹ ਉਹਦੇ ਨਾਲੋਂ ਹੈ ਵੀ ਮਾਲੀ ਲਿਹਾਜ਼ ਨਾਲ ਤਗੜਾ ਹੈ, ਤਗੜੇ ਦੋਵੇਂ ਹੀ ਨੇ। ਤੇ ਇਹ ਅਸਲ ਫਰਕ ਕੀ ਹੈ ਦੋਵਾਂ ਦੇ ਵਿੱਚ? ਫਰਕ ਜਿਹੜਾ ਅਸੀਂ ਦੇਖਦੇ ਹਾਂ, ਕਿਉਂਕਿ ਅਸੀਂ ਮੈਂ ਤਾਂ ਮਿਲਿਆ ਨਹੀਂ ਨਾ ਦੋਨਾਂ 'ਚ ਕਿਸੇ ਨੂੰ, ਲੇਕਿਨ ਅਸੀਂ ਪੜ੍ਹਦੇ ਰਹਿੰਦੇ ਹਾਂ, ਸਟੱਡੀ ਕਰਦੇ ਰਹਿੰਦੇ ਹਾਂ। ਮੁਕੇਸ਼ ਅੰਬਾਨੀ 'ਚ ਇੰਝ ਲੱਗਦਾ ਕਿ ਜਿਵੇਂ ਉਹ ਸਿਆਣਾ ਵੀ ਹੈ, ਸਮਝਦਾਰ ਵੀ ਹੈਗਾ ਤੇ ਕਿਸਮਤ ਵੀ ਉਹਦੇ ਨਾਲ ਹੈਗੀ। ਕਿਸਮਤ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ। ਮੈਂ ਕਈ ਸਮਝਦਾਰ ਤੇ ਸਿਆਣੇ ਬੰਦੇ ਆਪਣੀ ਲਾਈਫ ਹੀ ਦੇਖੇ ਨੇ, ਕਿਸਮਤ ਨਾਲ ਨਹੀਂ ਹੋਈ ਤੇ ਉਹਨਾਂ ਦਾ ਨੁਕਸਾਨ ਹੋਇਆ ਸੀ। ਹੈਗੇ ਸਮਝਦਾਰ ਸਨ, ਸਿਆਣੇ ਸਨ, ਪਰ ਕਿਸਮਤ ਦਾ ਵੀ ਹੋਣਾ ਜ਼ਰੂਰੀ ਹੈ। ਇਹ ਗੱਲਾਂ 'ਚ ਲੱਗਾ ਇੰਝ ਹੈਗਾ ਕਿ ਮੁਕੇਸ਼ ਅੰਬਾਨੀ ਅਨੀਲ ਅੰਬਾਨੀ ਇੱਕ ਸਪੀਡ 'ਚ ਰਹਿੰਦਾ, ਹਮੇਸ਼ਾ ਪੇਸ 'ਚ ਰਹਿੰਦਾ। ਕਿਉਂਕਿ ਜਦੋਂ ਇਹਨਾਂ ਦਾ ਪਿਓ ਜਿਹੜਾ ਸੀ ਅਨੀਲ ਅੰਬਾਨੀ ਤੇ ਮੁਕੇਸ਼ ਅੰਬਾਨੀ ਦਾ ਪਿਓ ਧੀਰੂ ਭਾਈ ਉਹਨੂੰ ਫੌਤ ਹੋਇਆ ਸੀ ਤੇ ਫਿਰ ਇਹ ਬਕਾਇਦਾ ਅਦਾਲਤੀ ਕਾਰਵਾਈ 'ਚ ਵੀ ਚਲੇ ਗਏ ਸਨ ਵੰਡ ਦੇ ਚੱਕਰ 'ਚ। ਲੇਕਿਨ ਬਾਅਦ 'ਚ ਇਹਨਾਂ ਨੇ ਆਪਸ 'ਚ ਕੋਈ ਤੈਅ ਕਰ ਲਿਆ ਚੀਜ਼ਾਂ। ਮੁਕੇਸ਼ ਅੰਬਾਨੀ ਦੇ ਬਾਰੇ 'ਚ ਮੈਂ ਕਹਿ ਸਕਦਾ, ਮੈਂ ਕੀ ਕਹਿ ਸਕਦਾ, ਪੂਰਾ ਇੰਡੀਆ ਕਹਿ ਸਕਦਾ ਕਿ ਨੈਵਰ ਲੁਕਡ ਬੈਕ। ਉਹਨੇ ਟੁਰਨਾ ਸ਼ੁਰੂ ਕੀਤਾ ਨਾ, ਹੁਣ ਤੱਕ ਤੇ ਨਹੀਂ, ਕੱਲ ਦਾ ਮੈਂ ਨਹੀਂ ਕਹਿ ਸਕਦਾ, ਨੈਵਰ ਲੁਕਡ ਬੈਕ। ਉਹ ਇੰਝ ਚੱਲਦਾ ਰਿਹਾ। ਅਨੀਲ ਅੰਬਾਨੀ ਦੀ ਕਹਾਣੀ ਤਾਂ ਡਿਫਰੈਂਟ ਹੈਗੀ। ਉਹ ਜਾਂਦਾ ਹੈਗਾ ਫਿਰ ਇੰਝ ਹੋ ਜਾਂਦਾ, ਫਿਰ ਜਾਂਦਾ ਫਿਰ ਇੰਝ ਹੋ ਜਾਂਦਾ, ਫਿਰ ਜਾਂਦਾ ਫਿਰ ਇੰਝ ਹੋ ਜਾਂਦਾ। ਕੰਟਰੋਵਰਸੀ ਦੇ ਵਿੱਚ ਉਹਦਾ ਨਾਂ ਗਾਏ ਬਗਾਏ ਵਕਫੇ ਦੇ ਨਾਲ ਕੰਟਰੋਵਰਸੀ 'ਚ ਉਹਦਾ ਨਾਂ ਜੰਪਿੰਗ ਕਰ ਜਾਂਦਾ। ਮੁਕੇਸ਼ ਰਿਲੇਟਿਵਲੀ ਨਹੀਂ ਕਿ ਐਬਸੋਲਿਊਟ ਟਰਮਸ ਹੀ ਕਹਿਣਾ, ਬਿਲਕੁਲ ਇੱਕ ਡਿਫਰੈਂਟ ਬੰਦਾ ਜਿਹੜਾ ਮੇਰੇ ਖਿਆਲ ਵਿੱਚ ਉਹ ਗਰਾਊਂਡ ਰਿਐਲਿਟੀਜ਼ ਦੇ ਨਾਲ ਵੀ ਜਿਹੜੇ ਜ਼ਮੀਨੀ ਕਾਇਕ ਨਹੀਂ ਹੁੰਦੇ ਉਹਨੂੰ ਵੀ ਮੈਂ ਖਿਆਲ ਸਮਝਦਾ। ਅਨੀਲ ਅੰਬਾਨੀ ਮੇਰੇ ਖਿਆਲ ਅੱਜ ਵੀ ਇੱਕ ਧੀਰੂ ਭਾਈ ਬਹੁਤ ਅਮੀਰ ਆਦਮੀ ਸੀ, ਧੀਰੂ ਭਾਈ ਅੰਬਾਨੀ। ਉਹ ਮੇਰੇ ਖਿਆਲ ਜ਼ਹਿਨੀ ਤੌਰ 'ਤੇ ਜਾਂ ਤਾਂ ਛੋਟਾ ਹੈਗਾ ਸੀ ਇਸ ਵਜ੍ਹਾ ਤੋਂ, ਜ਼ਹਿਨੀ ਤੌਰ 'ਤੇ ਅੱਜ ਤੱਕ ਉਸ ਤੋਂ ਨਿਕਲ ਨਹੀਂ ਸਕਿਆ ਕਿ ਆਈ ਐਮ ਦੀ ਸਨ ਆਫ ਧੀਰੂ ਭਾਈ ਅੰਬਾਨੀ। ਅੱਛਾ ਖਾਨ ਸਾਹਿਬ, ਧੀਰੂ ਭਾਈ ਵੀ ਇੱਕ ਵੱਡਾ ਆਦਮੀ ਸੀ ਆਪਣੇ ਦੌਰ ਦਾ, ਬਹੁਤ ਵੱਡਾ ਆਦਮੀ ਸੀ। ਵੱਡੇ ਲੋਕ ਹੁੰਦੇ ਨੇ, ਹਰ ਲਿਹਾਜ਼ ਨਾਲ ਵੱਡੇ ਲੋਕ ਹੁੰਦੇ ਨੇ। ਅਮੀਰ ਲੋਕਾਂ ਦੇ ਵਿੱਚ ਮੈਂ ਦੱਸਾਂ ਕਿ ਮੈਂ ਇੰਡੀਆ 'ਚ ਅਮੀਰ ਲੋਕਾਂ ਨੂੰ ਦੇਖਿਆ, ਮਿਲਿਆ। ਮੈਂ ਗਿਆ ਸਾਂ, ਕੋਈ 20 ਸਾਲ ਪੁਰਾਣੀ ਗੱਲ ਕਰਨਾ ਪਿਆ, ਇੰਡੀਆ ਚਲਾ ਗਿਆ ਮੈਂ। ਹਾਂ, ਤੁਹਾਡਾ ਦਿੱਲੀ ਬੜਾ ਜਾਣਾ ਨਾ ਰਿਹਾ। ਦਿੱਲੀ ਗਿਆ ਤੇ ਮੈਂ ਚੂੰਕਿ ਉਸ ਜ਼ਮਾਨੇ 'ਚ ਘੋੜੇ ਰੱਖੇ ਸਨ ਲਾਹੌਰ ਰੇਸ ਕਲੱਬ ਵਿੱਚ, ਮੈਂ ਕਿਹਾ ਹੁਣ ਮੈਂ ਦਿੱਲੀ ਜਾਣਾ ਪਿਆ ਤੇ ਮਹੀਨਾ ਮੈਂ ਰਹਿਣਾ ਸੀ ਉੱਥੇ। ਤੇ ਮੈਂ ਕਿਹਾ ਜੀ ਚਲੋ ਫਿਰ ਉਹ ਦਿੱਲੀ ਦੀ ਰੇਸ ਕਲੱਬ ਵੀ ਦੇਖ ਲਾਂਗੇ। ਤੇ ਮੈਂ ਇੱਥੇ ਇੱਕ ਬਹੁਤ ਵੱਡਾ ਬੰਦਾ ਹੈਗਾ, ਉਹਦੇ ਵੀ ਉਦੋਂ ਘੋੜੇ ਵੀ ਹੈਗੇ ਸਨ, ਸਟੱਡ ਵੀ ਹੈਗਾ ਸੀ, ਮੇਰਾ ਯਾਰ ਹੈਗਾ ਸੀ। ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਤੇਰਾ ਉੱਥੇ ਇੰਡੀਆ ਵਿੱਚ ਰੇਸ ਦੀ ਦੁਨੀਆ ਨਾਲ ਬੜਾ ਤਾਲੁਕ ਹੈ ਤੇ ਮੈਂ ਦਿੱਲੀ ਜਾ ਰਿਹਾ ਤੇ ਕਹਿ ਦੇ। ਉਹਨੇ ਕਿਹਾ ਖਾਨ ਸਾਹਿਬ ਮੈਂ ਕਹਿ ਦਿੰਦਾ। ਲਓ ਜੀ, ਉਹਨੇ ਫੋਨ ਕਰਤਾ। ਮੈਂ ਕਿਹਾ ਕੋਈ ਮੈਨੂੰ ਕੋਈ ਰੈਫਰੈਂਸ ਆ ਜਾਏਗਾ। ਉਹ ਮੈਨੂੰ ਕੀ ਪਤਾ ਸੀ ਬਹੁਤ ਵੱਡਾ ਰੈਫਰੈਂਸ ਉਹ ਮੈਨੂੰ ਦੇ ਦੇਗਾ। ਮੈਂ ਦੱਸ ਵੀ ਦਾਂਗਾ ਕਿ ਇਹ ਸਾਡੇ ਇੱਥੇ ਇੱਕ ਪ੍ਰੋਡਕਟ ਤਿਆਰ ਹੁੰਦੀ ਹੈ, ਉਹਦਾ ਮਾਲਕ ਸ਼ਾਹਿਦ ਹੁਸੈਨ। ਇਹ ਵਾਲਾਂ ਨੂੰ ਕੀ ਲਾਉਂਦੇ ਨੇ, ਪਾਕਿਸਤਾਨੀ ਇੱਕ ਪ੍ਰੋਡਕਟ ਹੈਗੀ ਹੈ ਯਾਰ, ਕਾਲਾ ਕਰਨ ਵਾਸਤੇ। ਆਹੋ ਅੱਛਾ, ਹੇਅਰ ਕਲਰ। ਉਹ ਇੱਕ ਨਾਂ ਹੈਗਾ ਲੋਕਲੀ ਬ੍ਰਾਂਡ ਹੈਗਾ ਉਹਦਾ ਮਾਲਕ। ਠੀਕ ਹੈ। ਉਸ ਜ਼ਮਾਨੇ 'ਚ ਉਹਦਾ ਸਟੱਡ ਵੀ ਹੈਗਾ ਸੀ ਤੇ ਘੋੜੇ ਵੀ ਉਹਨੇ ਰੱਖੇ ਸਨ। ਸ਼ਾਹਿਦ ਹੁਸੈਨ ਮੇਰੇ ਨਾਲ ਬੜੇ ਤਾਲੁਕਾਤ ਸਨ। ਮੈਂ ਸ਼ਾਹਿਦ ਹੁਸੈਨ ਨੂੰ ਕਿਹਾ ਸੀ, ਮੈਂ ਕਿਹਾ ਜੀ ਕੋਈ ਰੈਫਰੈਂਸ ਤੁਹਾਡਾ ਬੜਾ ਹੈਗਾ। ਉਹ ਦਿੱਲੀ ਰੇਸ ਕਲੱਬ ਦਾ ਜਿਹੜਾ ਉਸ ਟਾਈਮ ਜਿਹੜਾ ਪ੍ਰੈਜ਼ੀਡੈਂਟ ਹੈਗਾ ਸੀ ਨਾ, ਉਹ ਬੇਦੀ ਸਾਹਿਬ ਹੈਗੇ ਸਨ, ਸਰਦਾਰ ਜੀ ਹੈਗੇ ਸਨ। ਉਹ ਮੈਂ ਦਿੱਲੀ ਪਹੁੰਚਿਆ, ਮੈਂ ਉੱਥੇ ਅਸ਼ੋਕਾ ਹੋਟਲ 5 ਸਟਾਰ ਹੋਟਲ ਹੈਗਾ ਤੇ ਮੈਂ ਉੱਥੇ ਠਹਿਰਿਆ।
ਇੱਕ ਬੰਦਾ ਮੇਰੇ ਨਾਲ ਹੈਗਾ